ਦੇਨੀਆਂ ਰਿਜ਼ਕ ਸੰਭਾਏ ਸਾਈ ਘਰ ਕਮਾਵਣੀ ਤੋਰ ਚੋੜੀ ਤਿੰਨੇ ਪਾਏ ਨਾਨਕੇ ਕੀ ਬਾਰੀ ਹੋਰ ਦੂਜੀ ਨਹੀਂ ਜਾਏ ਸੋ ਕਰੇ ਜੇ ਰਜ਼ਾਏ 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 ਸ਼ੁੱਧ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੌੜੀ ਵੱਡੇ ਕੀਆਂ ਵਡਿਆਈਆਂ ਕਿਛ ਕਹਿਣਾ ਕਹਿਣ ਨਾ ਜਾਏ ਸੋ ਕਰਤਾ ਕਾਦਰ ਕਰੀ ਦੇ ਜੀਆਂ ਰਿਜ਼ਕ ਸੰਭਾਏ ਸਾਈ ਕਾਰ ਕਮਾਵਣੀ ਤੁਰ ਛੋਡੀ ਤਿਲਨੇ ਪਾਏ ਨਾਨਕ ਕੀ ਬਾਹਰੀ ਹੋਰ ਦੂਜੀ ਨਾਹੀ ਜਾਏ ਸੋ ਕਰੇ ਜਿਤ ਸੈ ਰਜਾਏ ਸੋ ਕਰੇ ਜਿਤ ਸੈ ਰਜਾਏ ਸ਼ੁੱਧ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਕੋਟਾਨ ਕੋਟ ਸ਼ੁਕਰ ਹੈ ਜੀ, ਜਿਨ੍ਹਾਂ ਨੇ ਮਿਹਰ ਬਖਸ਼ਿਸ਼ ਕਰਕੇ ਪਵਿੱਤਰ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਸ਼ਬਦ ਕੀਰਤਨ ਨਾਲ ਜੁੜ ਕਰਕੇ ਸਤ ਸੰਗਤ ਦੇ ਲਾਹੇ ਬਖਸ਼ੇ। ਗਰੀਬ ਨਵਾਜ਼ ਸਰਬੱਤ ਦਾ ਪੜ੍ਹਿਆ ਸੁਣਿਆ ਲੇਖੇ ਲਾਉਣ ਗੁਰੂ ਚਰਨਾਂ ਨਾਲ ਬਣ ਆਵੇ। ਆਓ ਸਰਵਨ ਕਰੀਏ ਲੜੀਵਾਰ ਗੁਰ ਸ਼ਬਦ ਵਿਚਾਰ। ਸਤਿਕਾਰਯੋਗ ਗਿਆਨੀ ਦਵਿੰਦਰ ਸਿੰਘ ਜੀ ਹੋਰਾਂ ਪਾਸੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰ ਗੁਰ ਬਾਣੀ ਕਹਿ ਸੇਵਕ ਜਨ ਮਾਨੈ ਪਰ ਤਖ ਗੁਰੂ ਨਿਸਤਾਰ। ਆਵੋ ਸਿੱਖ ਸਤ ਗੁਰ ਕੇ ਪਿਆਰਿਓ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਜਿਨ ਕੋ ਨਦਰ ਕਰਮ ਹੋਵੈ ਹਿਰਦੈ ਤਿਨਾ ਸਮਾਣੀ ਪੀਵਾ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਓ ਸਾਰਿੰਗ ਪਾਣੀ ਕਹਿ ਨਾਨਕ ਸਦਾ ਗਾਵੋ ਇਹੋ ਸੱਚੀ ਬਾਣੀ। ਮੂਕ ਉਚਰੈ ਸ਼ਾਸਤਰ ਖਟ ਪਿੰਗ ਗਿਰਨ ਚੜ੍ਹ ਜਾਏ ਅੰਧ ਲਖੈ ਬਧਰੂ ਸੁਣੈ ਜੋ ਕਾਲ ਕਿਰਪਾ ਕਰਾਏ। ਕਹਾਂ ਬੁੱਧ ਪ੍ਰਭ ਤੁਛ ਹਮਾਰੀ ਭਰ ਨ ਸਕੈ ਮਹਿਮਾ ਜੋ ਤੁਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ। ਸਤਿਨਾਮ ਵਾਹਿਗੁਰੂ ਜੀਓ। ਦਸ ਬੈਰਾਗਨ ਮੋਹਿ ਬਸ ਕੀਨੀ ਪੰਚਹੁ ਕਾ ਮਿਟ ਨਾਵਉ। ਸਤਰ ਦੋਏ ਭਰੇ ਅੰਮ੍ਰਿਤ ਸਾਰ ਬਿਖ ਕਉ ਮਾਰ ਕਢਾਵਉ। ਪਾਛੈ ਬਹੁਰ ਨਾ ਆਵਨ ਪਾਵਉ
ਅੰਮ੍ਰਿਤ ਬਾਣੀ ਘਟ ਤੇ ਉਚਰਾ, ਆਤਮ ਕਉ ਸਮਝਾਵੋ ਰਹਾਉ। ਬਜਰ ਕੁਠਾਰ ਮੋਹਿ ਹੈ ਸ਼ੀਨਾ, ਕਰ ਮਿੰਨਤ ਲਗ ਪਾਵੋ। ਸੰਤਨ ਕੇ ਹਮ ਉਲਟੇ ਸੇਵਕ, ਭਗਤਨ ਤੇ ਡਰ ਪਾਵੋ। ਇਹ ਸੰਸਾਰ ਤੇ ਤਬ ਹੀ ਛੂਟੋ, ਜੋ ਮਾਇਆ ਨਹਿ ਲਪਟਾਵੋ। ਮਾਇਆ ਨਾਮ ਗਰਭ ਜੋਨ ਕਾ, ਤਿਹ ਤਜ ਦਰਸ਼ਨ ਪਾਓ। ਇਤ ਕਰ ਭਗਤ ਕਰਹਿ ਜੋ ਜਨ, ਤਿਨ ਭਉ ਸਗਲ ਚੁਕਾਈਐ। ਕਹਿਤ ਨਾਮ ਦੇਉ ਬਾਹਰ ਕਿਆ ਭਰਮਹੁ, ਇਹ ਸੰਜਮ ਹਰ ਪਾਈਐ। ਇਤ ਕਾਰੂ ਭਗਤ ਕਰਹਿ ਜੋ ਜਨ, ਤਿਨ ਭਉ ਸਗਲ ਚੁਕਾਈਐ। ਕਹਿਤ ਨਾਮ ਦੇਉ ਬਾਹਰ ਕਿਆ ਭਰਮਹੁ, ਇਹ ਸੰਜਮ ਹਰ ਪਾਈਐ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਹਿਬਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਦੇ ਪਿਆਰ ਵਾਲੀ ਗੁਰੂ ਦੀ ਸਾਜੀ ਨਵਾਜੀ ਸਾਧ ਸੰਗਤ ਜੀਓ। ਸਤਿਗੁਰਾਂ ਦੀ ਅਪਰ ਅਪਾਰ ਮਿਹਰ ਕਿਰਪਾ ਰਹਿਮਤ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਗੁਰੂ ਚਰਨਾਂ ਵਿੱਚ ਹਾਜ਼ਰੀ ਭਰਨ ਦਾ ਸੁਭਾਗਾ ਸਮਾਂ ਪ੍ਰਾਪਤ ਹੋਇਆ ਹੈ। ਅੰਮ੍ਰਿਤ ਵੇਲੇ ਤੋਂ ਨਿਤਨੇਮ ਦੀਆਂ ਬਾਣੀਆਂ ਦੇ ਜਾਪ ਹੋਏ, ਆਸਾ ਜੀ ਦੀ ਵਾਰ ਦੇ ਕੀਰਤਨ ਗੁਰਮੁਖਾਂ ਪਾਸੋਂ ਸਰਵਣ ਕੀਤੇ ਨੇ। ਚੱਲ ਰਹੀ ਲੜੀਵਾਰ ਸ਼ਬਦ ਦੀ ਵਿਚਾਰ ਸਰਵਣ ਕਰਨ ਲਈ ਗੁਰੂ ਚਰਨਾਂ ਵਿੱਚ ਆਪਾਂ ਜੁੜ ਕੇ ਬੈਠੇ ਹਾਂ। ਇਹ ਪਾਵਨ ਸ਼ਬਦ ਭਗਤ ਨਾਮਦੇਵ ਜੀ ਦਾ ਉਚਾਰਨ ਕੀਤਾ ਹੋਇਆ ਹੈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 693 ਅੰਗ ਤੇ ਸ਼ੋਭਤ ਹੈ। ਭਗਤ ਜੀ ਕੀ ਉਪਦੇਸ਼ ਕਰ ਰਹੇ ਨੇ, ਆਓ ਆਪਾਂ ਸਮਝੀਏ। 10 ਬੈਰਾਗਨ, 5 ਗਿਆਨ ਇੰਦਰੀ ਤੇ 5 ਕਰਮ ਇੰਦਰੀ, ਇਹਨਾਂ ਨੂੰ 10 ਬੈਰਾਗਨ ਕਹਿ ਦਿੱਤਾ। ਸੋ ਇਹ 10 ਬੈਰਾਗਨ ਤੇ ਮੋਹੇ ਬਸ ਕੀਨੀ, ਇਹਨਾਂ ਨੂੰ ਹੁਣ ਮੈਂ ਬਸ ਵਿੱਚ ਕਰ ਲਿਆ। ਪੰਚੋ ਕਾ ਮਿਟਨਾਵੋ, ਇਹ ਕਦੋਂ ਬਸ ਵਿੱਚ ਹੋਏ ਗਿਆਨ ਇੰਦਰੀ ਤੇ ਕਰਮ ਇੰਦਰੀ? ਕਹਿੰਦੇ ਜਦੋਂ ਪੰਚਾਂ ਦਾ ਨਾਮੋ ਨਿਸ਼ਾਨ ਮਿਟ ਗਿਆ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹਨਾਂ ਦਾ ਨਾਮੋ ਨਿਸ਼ਾਨ ਮਿਟਾਉਣ ਵਾਸਤੇ ਸੰਗਤ ਚਾਹੀਦੀ ਹੈ, ਬਾਣੀ ਦੀ ਵਿਚਾਰ ਚਾਹੀਦੀ ਹੈ, ਅਭਿਆਸ ਚਾਹੀਦਾ, ਜਪ ਤਪ ਸੰਜਮ, ਇਹ ਚੀਜ਼ਾਂ ਚਾਹੀਦੀਆਂ। ਜਪ ਤਪ ਸੰਜਮ ਨਹੀਂ ਹੈ, ਫਿਰ ਇਹਨਾਂ ਤੋਂ ਖਹਿੜਾ ਛੁਡਾਉਣਾ ਔਖਾ ਹੋ ਜਾਂਦਾ ਹੈ। ਸੋ ਇਹਨਾਂ ਦਾ ਨਾਮੋ ਨਿਸ਼ਾਨ ਜਿਹੜਾ ਆ ਉਹ ਮਿਟ ਗਿਆ। ਪੰਚੋਂ ਕਾ ਮਿਟ ਨਾਵੋ, 70 ਦੋਏ ਭਰੇ ਅੰਮ੍ਰਿਤਸਰ, ਬਿਖ ਕਉ ਮਾਰ ਕਢਾਵੋ। 70 ਤੇ 2 72, 72,000 ਕੋਠੜੀਆਂ ਸਰੀਰ ਦੇ ਅੰਦਰ ਭਰੇ ਅੰਮ੍ਰਿਤਸਰ, ਇਹ ਨਾਮ ਅੰਮ੍ਰਿਤ ਜਲ ਦੇ ਨਾਲ ਭਰ ਗਈਆਂ। ਜਦੋਂ ਵਿੱਚੋਂ ਜ਼ਹਿਰ ਹੀ ਖਤਮ ਹੋ ਗਿਆ, ਵਿਕਾਰ ਖਤਮ ਹੋ ਗਏ ਤੇ ਨਾਮ ਹੀ ਨਾਮ ਰਹਿ ਗਿਆ। ਬਿਖ ਕਉ ਮਾਰ ਕਢਾਵੋ,
ਜਿਹੜਾ ਜ਼ਹਿਰ ਸੀ ਉਹ ਖਤਮ ਹੋ ਗਿਆ। 7 ਤੇ 2, 7 ਆਰ 2 2, 7 ਤੇ 2 9 ਗੋਲਕਾਂ ਜਿਹੜੀਆਂ ਨੇ, 9 ਦਰਵਾਜ਼ੇ ਨੇ ਜਿਹੜੇ, ਇਹਨਾਂ ਦੇ ਵਿੱਚ ਜ਼ਹਿਰ ਹੀ ਜ਼ਹਿਰ ਭਰਿਆ ਹੋਇਆ ਸੀਗਾ। ਪਰ ਜਦੋਂ ਉਹਦੀ ਕਿਰਪਾ ਹੋਈ ਤੇ ਇਹਨਾਂ ਦੇ ਵਿੱਚੋਂ ਜ਼ਹਿਰ ਜਿਹੜਾ ਸੀ ਉਹ ਖਤਮ ਹੋ ਗਿਆ। ਬਿਖ ਕੋ ਮਾਰ ਕਢਾਓ, ਉਹਨਾਂ ਨੂੰ ਮਾਰ ਕੇ ਬਾਹਰ ਕੱਢ ਦਿੱਤਾ। ਸਤਰ ਪੜਦੇ ਨੂੰ ਵੀ ਕਿਹਾ ਜਾਂਦਾ। ਜੇ ਮਹਾਰਾਜ ਕਹਿੰਦੇ ਨੇ ਭਾਂਬੀਰੀ ਕੇ ਪਾਤ ਪਾਰ ਦੋ, ਜਿਹੜਾ ਮਨ ਤੇ ਚਿੱਤ ਹੈ ਇਹ ਦੋ ਇੱਕ ਕਿਉਂ ਨਹੀਂ ਹੁੰਦੇ? ਮਨ ਤੇ ਚਿੱਤ ਦੋ ਇੱਕ ਕਿਉਂ ਨਹੀਂ ਹੁੰਦੇ? ਮਨ ਆਪਣੇ ਮੂਲ ਦੇ ਨਾਲ ਕਿਉਂ ਨਹੀਂ ਜੁੜਦਾ? ਉਹਦਾ ਇੱਕ ਬੜਾ ਵੱਡਾ ਕਾਰਨ ਹੈ ਕਿ ਇਹਦੇ ਵਿੱਚ ਭਰਮ ਦਾ ਪੜਦਾ ਹੈ। ਸਤਰ ਇਹ ਪੜਦਾ, ਜਦੋਂ ਇਹ ਪੜਦਾ ਪਾੜ ਦਿੱਤਾ, ਇਹ ਦੋ ਦੋ ਨਹੀਂ ਰਹੇ, ਇਹ ਇੱਕ ਹੋ ਗਏ। ਮਨ ਤੇ ਚਿੱਤ ਇਹ ਇੱਕ ਹੋ ਗਏ। ਇੱਕ ਮਨ ਇੱਕ ਚਿੱਤ ਹੋਏ। ਸੋ ਜਦੋਂ ਇੱਕ ਮਨ ਇੱਕ ਚਿੱਤ ਹੋ ਗਿਆ, ਜਿਹੜਾ ਭਰਮ ਦਾ ਪੜਦਾ ਸੀ ਉਹ ਵਿੱਚੋਂ ਨਿਕਲ ਗਿਆ। ਫਿਰ ਸੋ ਗਿਆਨ ਇੰਦਰੇ ਮੇਰੇ ਸਾਰੇ ਹੀ ਇਹ ਅੰਮ੍ਰਿਤ ਦੇ ਨਾਲ ਭਰ ਗਏ। ਤੇ 7 ਤੇ 2 9, ਜਿਵੇਂ 5 ਗਿਆਨ ਇੰਦਰੇ ਤੇ 4 ਸਾਡੇ ਅੰਤਸ਼ਕਰਣ, ਸੁਰਤ, ਮਤ, ਮਨ, ਬੁੱਧ, ਇਹਨਾਂ 'ਚ ਅੰਮ੍ਰਿਤ ਹੀ ਅੰਮ੍ਰਿਤ ਭਰ ਗਿਆ। ਸੋ ਜਦੋਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਨੂੰ ਅੰਦਰੋਂ ਮਾਰ ਕੇ ਭਜਾ ਦਿੱਤਾ, ਫਿਰ ਅੰਮ੍ਰਿਤ ਹੀ ਅੰਮ੍ਰਿਤ ਰਹਿ ਗਿਆ। ਪਾਛੈ ਬਹੁਰ ਨ ਆਵਨ ਪਾਵੋ, ਜਦ ਵਿਕਾਰਾਂ ਦਾ ਜ਼ਹਿਰ ਹੀ ਖਤਮ ਹੋ ਗਿਆ ਤੇ ਫਿਰ ਮੁੜ ਕੇ ਹੁਣ ਕਾਹਦੇ ਵਾਸਤੇ ਆਉਣਾ? ਇਸ ਸੰਸਾਰ ਦੇ ਵਿੱਚ ਤਾਂ ਬਾਰ-ਬਾਰ ਜਿਹੜਾ ਜਨਮ ਤਦ ਹੀ ਹੁੰਦਾ ਜੇ ਹਉਮੈ ਦੇ ਵਿੱਚ ਹੈ। ਹਉਮੈ ਕਰ ਜਗ ਉਪਜੈ ਪੁਰਖਾ, ਨਾਮ ਵਿਸਰਿਆ ਦੁੱਖ ਪਾਈ। ਜੇ ਮੋਹ ਦੇ ਨਾਲ ਇਹ ਬੱਝਾ ਹੋਇਆ, ਮੋਹ ਦੇ ਵਿੱਚ ਜੇ ਫਸ ਗਿਆ ਫਿਰ ਥੋੜ੍ਹੀ ਤਰਨਾ। ਮੋਹ ਦਾ ਇੱਕ ਐਸਾ ਚਿੱਕੜ ਹੈ, ਜਦੋਂ ਇਸ ਚਿੱਕੜ ਵਿੱਚ ਫਸ ਜਾਂਦਾ ਫਿਰ ਇਹਦਾ ਤਰਨਾ ਮੁਸ਼ਕਿਲ ਹੋ ਜਾਂਦਾ। ਉੱਥੇ ਹੀ ਜੰਮਦਾ, ਉੱਥੇ ਹੀ ਮਰਦਾ ਹੈ। ਕਦੀ ਕੁਝ ਬਣਦਾ, ਕਦੀ ਕੁਝ ਬਣਦਾ, ਉੱਥੇ ਕੋਈ ਘੁੰਮੀ ਜਾਂਦਾ ਹੈ। ਸੋ ਸਾਹਿਬ ਭਗਤ ਨਾਮਦੇਵ ਜੀ ਕਿਰਪਾ ਕਰ ਰਹੇ ਨੇ, ਕਹਿੰਦੇ ਵੀ ਪਾਛੇ ਬਹੁਰ ਨ ਆਵਨ ਪਾਵੋ, ਹੁਣ ਮੈਂ ਮੁੜ ਕੇ ਇਸ ਸੰਸਾਰ ਵਿੱਚ ਕਾਹਦੇ ਵਾਸਤੇ ਆਉਣਾ? ਕਿਉਂ? ਪੰਜਾਂ ਦਾ ਨਾਮੋ ਨਿਸ਼ਾਨ ਮਿਟ ਗਿਆ, ਅੰਦਰ ਅੰਮ੍ਰਿਤ ਹੀ ਅੰਮ੍ਰਿਤ ਹੋ ਗਿਆ। ਜਿਹੜਾ ਭਰਮ ਦਾ ਪੜਦਾ ਸੀ ਉਹ ਪਾਟ ਗਿਆ। ਚਿੱਤ ਤੇ ਮਨ ਇਹ ਇੱਕ ਹੋ ਗਏ। ਜਦੋਂ ਚਿੱਤ ਤੇ ਮਨ ਇੱਕ ਹੋ ਜਾਂਦਾ ਹੈ, ਫਿਰ ਆਤਮਾ ਤੇ ਪਰਮਾਤਮਾ ਦਾ ਜਿਹੜਾ ਮੇਲ ਹੈ ਉਹ ਅੰਤਰ ਆਤਮੇ ਹੀ ਹੋ ਜਾਂਦਾ ਹੈ। ਅੰਮ੍ਰਿਤ ਬਾਣੀ ਘਟ ਤੇ ਉਚਰੋ, ਆਤਮ ਕੋ ਸਮਝਾਵੋ। ਇਹ ਸਾਰੀ ਬਾਣੀ ਅੰਮ੍ਰਿਤ ਆ, ਪਰ ਘਟ ਤੋਂ ਉਚਰੀ ਹੋਈ ਹੈ। ਜਿਨ੍ਹਾਂ ਦੇ ਘਟ ਵਿੱਚ ਰਾਮ ਬੋਲਦਾ ਹੈ ਤਾਂ ਸਵਾ ਘਟ ਰਾਮ ਬੋਲੇ, ਰਾਮਾ ਬੋਲੇ। ਪਰ ਜਿਹੜੇ ਆਪਣੇ ਅੰਦਰ ਰਾਮ ਨੂੰ ਸੁਣ ਲੈਂਦੇ ਨੇ ਉਹ ਸਮਝਦੇ ਨੇ ਰਾਮ ਬੋਲੇ। ਜਿਸ ਦੇ ਅੰਦਰ ਘਟ ਵਿੱਚ ਰਾਮ ਬੋਲਦਾ, ਉਹਦੇ ਅੰਦਰੋਂ ਆਈ ਹੋਈ ਬਾਣੀ ਨੂੰ ਅੰਮ੍ਰਿਤ ਕਿਹਾ ਜਾਂਦਾ। ਉਹ ਬਾਣੀ ਅੰਮ੍ਰਿਤ ਹੈ ਜਿਹੜੀ ਹਿਰਦੇ 'ਚੋਂ ਆ ਰਹੀ ਹੈ, ਘਟ ਤੋਂ ਆ ਰਹੀ ਹੈ, ਅੰਦਰੋਂ ਆ ਰਹੀ ਹੈ। ਅੰਮ੍ਰਿਤ ਬਾਣੀ ਘਟ ਤੇ ਉਚਰੋ। ਭਗਤ ਨਾਮਦੇਵ ਜੀ ਕਹਿੰਦੇ ਵੀ ਹੁਣ ਮੈਂ ਅੰਮ੍ਰਿਤ ਬਾਣੀ ਆਪਣੇ ਘਟ 'ਚੋਂ, ਆਪਣੇ ਹਿਰਦੇ ਤੋਂ ਉਚਾਰਨ ਕਰਦਾ, ਤੇ ਆਤਮ ਕੋ ਸਮਝਾਵੋ, ਕਿਸੇ ਨੂੰ ਵੀ ਸਮਝਾਉਣ ਵਾਸਤੇ ਨਹੀਂ। ਫਿਰ ਧੁਰ ਕੀ ਬਾਣੀ ਤਾਂ ਨਾ ਹੋਈ ਹੈ ਨਾ, ਜੇ ਅੰਦਰ ਪੈਦਾ ਹੋਵੇ ਤਾਂ ਨਹੀਂ। ਇਹ ਧੁਰ ਤੋਂ ਆਈ ਹੁੰਦੀ ਹੈ, ਉਚਾਰੀ ਘਟ ਤੋਂ ਜਾਂਦੀ, ਹਿਰਦੇ ਤੋਂ। ਧੁਰ ਤੋਂ ਆਈ ਹੋਈ ਬਾਣੀ ਸਿੱਧੀ ਹਿਰਦੇ ਵਿੱਚ, ਹਿਰਦੇ ਤੋਂ ਬਾਣੀ ਉਚਾਰੀ ਹੈ, ਮੇਰੀ ਨਹੀਂ ਹੈ। ਦਰਗਾਹੀ ਬੋਲ ਨੇ,
ਸਭ ਤੋਂ ਪਹਿਲਾਂ ਮੈਂ ਆਪਣੇ ਆਪ ਨੂੰ ਸਮਝਾਇਆ, ਆਤਮ ਕਉ ਸਮਝਾਵੋ। ਜਿੰਨੀ ਵੀ ਬਾਣੀ ਹੈ, ਜਿਨ੍ਹਾਂ ਨੇ ਵੀ ਉਚਾਰਨ ਕੀਤੀ ਹੈ, ਪਹਿਲੋਂ ਆਪਣੇ ਆਪ ਨਾਲ ਹੀ ਗੱਲਾਂ ਕੀਤੀਆਂ। ਬਾਕੀ ਕੋਈ ਕੋਲ ਬੈਠਾ ਪੜ੍ਹਨੇ ਸੁਣਨੇ ਵਾਲਾ ਉਹ ਲਾਹਾ ਲੈ ਗਿਆ। ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਕਿਰਪਾ ਕਰ ਦਿੱਤੀ, ਘੱਟ ਤੋਂ ਆਈ ਹੋਈ ਸਾਰੀ ਦੀ ਸਾਰੀ ਬਾਣੀ ਨੂੰ ਇੱਕ ਜਗ੍ਹਾ ਇਕੱਤਰ ਕਰ ਲਿਆ। ਲੱਖਾਂ ਦੀ ਤਾਦਾਦ ਦੇ ਵਿੱਚ ਆਪਾਂ ਅੱਜ ਲਾਹਾ ਪ੍ਰਾਪਤ ਕਰ ਰਹੇ ਹਾਂ। ਅੰਮ੍ਰਿਤ ਬਾਣੀ ਇਹਦੀ ਤਾਕਤ ਥੋੜ੍ਹੀ ਘਟ ਜਾਣੀ। ਸੋ ਇਹਦੇ ਅੰਮ੍ਰਿਤ ਵਿੱਚ ਫਰਕ ਪੈ ਜਾਊਗਾ, ਇਹਦਾ ਉਹੀ ਅੰਮ੍ਰਿਤ ਰਹਿਣਾ, ਇਹ ਫਰਕ ਨਹੀਂ ਪੈਣਾ। ਜ਼ਹਿਰ ਨੂੰ ਮਾਰੀ ਜਾਣਾ। ਜਿਹਨੇ ਵੀ ਬਾਣੀ ਨੂੰ ਪੜ੍ਹਨਾ ਆ, ਸੁਣਨਾ ਆ, ਉਸ ਦੇ ਅੰਦਰ ਵਿਸ਼ੇ ਵਿਕਾਰਾਂ ਦਾ ਜ਼ਹਿਰ ਆ, ਉਹਨੂੰ ਖਤਮ ਕਰੀ ਜਾਣਾ। ਰਹਾਓ ਬਜਰ ਕੁਠਾਰ ਮੋਹੇ ਹੈ ਸ਼ੀਨਾ, ਕਰ ਮਿੰਨਤ ਲਗ ਪਾਵੋ। ਤ੍ਰੇਤੇ ਯੁੱਗ ਦੇ ਵਿੱਚ ਜਿਵੇਂ ਘਟਨਾ ਦਾ ਜ਼ਿਕਰ ਆਉਂਦਾ ਕਿ ਸ਼ਿਵ ਜੀ ਦਾ ਧਨੁੱਖ ਤੋੜਿਆ ਰਾਮ ਨੇ, ਪਰਸ਼ੂਰਾਮ ਕੁਹਾੜਾ ਲੈ ਕੇ ਆ ਗਿਆ ਅਤੇ ਉਹਦੇ ਹੱਥੋਂ ਕੁਹਾੜਾ ਨਿਮਰਤਾ ਦੇ ਨਾਲ ਲੈ ਲਿਆ ਸੀ, ਉਹਦੇ ਗੋਡੀਆਂ ਥਲਾ ਕੇ, ਅਤੇ ਉਹਨੂੰ ਕਿਸੇ ਦੀ ਹੱਤਿਆ ਨਹੀਂ ਸੀ ਕਰਨ ਦਿੱਤੀ ਰਾਮ ਨੇ। ਕਾਲ ਦੇ ਹੱਥ ਦੇ ਵਿੱਚ ਜਿਹੜਾ ਕੁਹਾੜਾ ਹੈ ਉਹ ਖੋਹ ਲਿਆ। ਹੁਣ ਕਾਲ ਜਿਹੜਾ ਮੇਰਾ ਕੁਝ ਨਹੀਂ ਵਿਗਾੜ ਸਕਦਾ। ਬਜਰ ਕੁਠਾਰ ਜਿਹੜਾ ਕਾਲ ਦੇ ਹੱਥ ਵਿੱਚ ਕੁਹਾੜਾ ਆ, ਇਹਦਾ ਕੋਈ ਨੁਕਸਾਨ ਨਹੀਂ ਕਰ ਸਕਦਾ। ਪਰ ਇਹ ਜਦੋਂ ਕਾਲ ਦਾ ਕੁਹਾੜਾ ਚੱਲਦਾ ਆ, ਬੜੇ ਬੜੇ ਰਾਜੇ ਮਹਾਰਾਜੇ, ਸੋ ਉਹਨਾਂ ਨੂੰ ਤਹਿਸ਼ ਨਹਿਸ਼ ਕਰ ਦਿੰਦਾ। ਬੜੇ ਸੂਰਵੀਰਾਂ ਨੂੰ ਤਹਿਸ਼ ਨਹਿਸ਼ ਕਰ ਦਿੰਦਾ। ਜਪੀਆਂ ਤਪੀਆਂ ਦਾ ਜਪ ਤਪ ਖਤਮ ਹੋ ਜਾਂਦਾ ਜਦੋਂ ਕਾਲ ਦਾ ਕੁਹਾੜਾ ਚੱਲਦਾ। ਪਰ ਇਹ ਜਿਹੜਾ ਕਾਲ ਦਾ ਕੁਹਾੜਾ ਸੀ, ਕਰ ਮਿੰਨਤ ਲਗ ਪਾਵੋ, ਅਰਦਾਸਾਂ ਕਰਕੇ, ਬੇਨਤੀਆਂ ਕਰਕੇ ਪ੍ਰਮਾਤਮਾ ਦੇ ਚਰਨਾਂ ਵਿੱਚ ਇਹ ਮੋਹੇ ਹੈ ਸ਼ੀਨਾ, ਛੀਨ ਲਿਆ, ਖੋਹ ਲਿਆ। ਹੁਣ ਮੋਹ ਨੂੰ ਕਿੱਦਾਂ ਖਤਮ ਕੀਤਾ? ਮੋਹੇ ਹੈ ਸ਼ੀਨਾ, ਸ਼ੀਨਾ ਖਤਮ ਕਰ ਲੈਣਾ। ਮੋਹ ਨੂੰ ਪਹਿਲਾਂ ਹੁੰਦਾ ਮੋਹੇ, ਮੈਂ ਇੱਥੇ ਮੋਹੇ, ਮੋਹ ਨੂੰ ਖਤਮ ਕੀਤਾ। ਮੋਹ ਕਿੱਦਾਂ ਖਤਮ ਹੁੰਦਾ? ਮੋਹ ਨੂੰ ਖਤਮ ਕਰਨਾ ਸੌਖਾ ਥੋੜ੍ਹੀ। ਕਹਿੰਦੇ ਸੋ ਮੈਂ ਜਰ ਕੁਠਾਰ, ਬੱਬੇ ਨੂੰ ਅੱਡ ਕਰਕੇ ਜਰ ਅੱਡ ਹੋਵੇਗਾ, ਜਿਹੜਾ ਜਰ ਕੁਠਾਰ, ਉਹਨੂੰ ਸ਼ਬਦ ਨੂੰ ਕਿਹਾ ਜਾਂਦਾ। ਸ਼ਬਦ ਕਦੀ ਕਮਜ਼ੋਰ ਨਹੀਂ ਪੈਂਦਾ। ਜਰ ਦਾ ਅਰਥ ਹੁੰਦਾ ਕਮਜ਼ੋਰ ਹੋਣਾ, ਖੀਣ ਹੋਣਾ। ਬੱਬਾ ਦਾ ਅਰਥ ਹੁੰਦਾ ਬਿਨਾਂ, ਕਮਜ਼ੋਰ ਹੋਣ ਤੋਂ ਬਿਨਾਂ। ਜਿਹੜਾ ਕਮਜ਼ੋਰ ਨਹੀਂ ਹੁੰਦਾ, ਜਿਹੜਾ ਛੀਣ ਨਹੀਂ ਹੁੰਦਾ, ਉਹ ਸ਼ਬਦ ਹੈ। ਸ਼ਬਦ ਕਦੀ ਛੀਣ ਨਹੀਂ ਹੁੰਦਾ, ਕਮਜ਼ੋਰ ਨਹੀਂ ਹੁੰਦਾ। ਗੁਰੂ ਪਾਸੋਂ ਮੈਂ ਅਰਜ਼ ਕਰਕੇ, ਮਿੰਨਤਾਂ ਕਰਕੇ, ਬੇਨਤੀਆਂ ਕਰਕੇ, ਅਰਦਾਸਾਂ ਕਰਕੇ ਸ਼ਬਦ ਦਾ ਕੁਹਾੜਾ ਲੈ ਲਿਆ ਅਤੇ ਇਹਦੇ ਨਾਲ ਮੈਂ ਆਪਣੇ ਮੋਹ ਨੂੰ ਖਤਮ ਕਰ ਦਿੱਤਾ। ਕਿਉਂਕਿ ਮੋਹ ਕਰਕੇ ਹੀ ਵਾਰ ਜਨਮ ਸੀਗਾ, ਪਰ ਹੁਣ ਮੋਹ ਹੀ ਖਤਮ ਹੋ ਗਿਆ। ਇੱਕ ਮੋਹ ਤਾਂ ਹੈ ਜਿਹੜਾ ਸੁਰਤ ਸ਼ਬਦ ਦਾ ਮੇਲ ਨਹੀਂ ਹੋਣ ਦਿੰਦਾ। ਜਦੋਂ ਮੋਹ ਖਤਮ ਹੋ ਗਿਆ ਅਤੇ ਸੁਰਤ ਅਤੇ ਸ਼ਬਦ ਦਾ ਯਕਦਮ ਮੇਲ ਹੁੰਦਾ। ਫਿਰ ਐਸਾ ਮੇਲ ਬਾਰ ਹੁੰਦਾ, ਉਹਦੇ 'ਚ ਹੋਰ ਆਨੰਦ ਬਣਦਾ। ਜਦੋਂ ਸ਼ਬਦ ਅਤੇ ਸੁਰਤ ਦਾ ਮੇਲ ਹੁੰਦਾ, ਫਿਰ ਹੀ ਬ੍ਰਹਮ ਗਿਆਨ ਦਾ ਪੁੱਤਰ ਪੈਦਾ ਹੁੰਦਾ। ਜਿੰਨਾ ਚਿਰ ਸ਼ਬਦ ਅਤੇ ਸੁਰਤ ਦਾ ਮੇਲ ਹੀ ਨਹੀਂ ਹੈ, ਬ੍ਰਹਮ ਗਿਆਨ ਪੈਦਾ ਹੀ ਨਹੀਂ ਹੋ ਸਕਦਾ ਹੈ। ਸੋ ਇਹ ਮੋਹ ਜਿਹੜਾ ਸੀ ਨਾ, ਇਹ ਸ਼ਬਦ ਦੇ ਨਾਲ ਖਤਮ ਕਰ ਲਿਆ। ਅਤੇ ਇਹ ਸ਼ਬਦ ਮਿਲਿਆ ਕਿੱਦਾਂ? ਇਹ ਮਿੰਨਤਾਂ ਕਰਕੇ, ਜੋਦੜੀਆਂ ਕਰਕੇ, ਅਰਦਾਸਾਂ ਕਰਕੇ, ਮਹਾਰਾਜ ਨੂੰ ਵਾਰ ਕਿਹਾ, ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰੋ, ਅਸੀਂ ਖਤੇ ਬਹੁਤ ਕਮਾਉਂਦੇ ਅੰਤ ਨਾ ਪਾਰਾਵਾਰ, ਹਰ ਕਿਰਪਾ ਕਰਕੇ ਬਖਸ਼ ਲਓ, ਹਮ ਪਾਪੀ ਵੱਡ ਗੁਨਾਹਗਾਰ। ਇੱਦਾਂ ਮਿੰਨਤਾਂ ਕੀਤੀਆਂ। ਸੋ ਪਾਪ ਹੋ ਗਿਆ ਮੋਹ ਕਰਕੇ ਪਾਪ ਹੋ ਗਿਆ, ਬੜੇ ਖਤੇ ਕਮਾ ਲਏ। ਅਤੇ ਮੈਂ ਇਸ ਮੋਹ ਨੂੰ ਹੀ ਖਤਮ ਕਰਨਾ ਚਾਹੁੰਦਾ। ਮੈਨੂੰ ਏਡੀ ਸ਼ਕਤੀ ਦਿਓ, ਏਡਾ ਬਲ ਦਿਓ। ਅਤੇ ਗੁਰੂ ਨੇ ਕਿਰਪਾ ਕਰ ਦਿੱਤੀ, ਇਹ ਕੁਹਾੜਾ ਦਿੱਤਾ। ਸੰਤਨ ਕੇ ਹਮ ਉਲਟੇ ਸੇਵਕ,
ਭਗਤਨ ਤੇ ਡਰ ਪਾਵਉ। ਸੋ ਸੰਸਾਰ ਵਾਲੇ ਪਾਸੇ ਤੋਂ ਜਿਹੜੀ ਮੇਰੀ ਬਿਰਤੀ ਹੈ ਉਹ ਉਲਟ ਚੁੱਕੀ ਹੈ। ਸੋ ਲੋਕ ਸੰਤਾਂ ਦੀ ਨਿੰਦਿਆ ਕਰਦੇ ਹੈ, ਪਰ ਮੈਂ ਸੰਤਾਂ ਦਾ ਸੇਵਕ ਹਾਂ ਜੋ ਸ਼ਾਂਤ ਆਤਮਾ ਨੇ। ਸੰਤ ਕਿਹਨੂੰ ਕਿਹਾ ਜਾਂਦਾ? ਜਿਹਨੂੰ ਬਾਣੀ ਸੁਣਨੀ ਆ ਜਾਂਦੀ ਉਹਨੂੰ ਸੰਤ ਕਿਹਾ ਜਾਂਦਾ। ਸਾਧ ਕੌਣ ਹੈ? ਜਿਹਨੂੰ ਬਾਣੀ ਗਾਉਣੀ ਆ ਜਾਂਦੀ ਹੈ ਉਹ ਸਾਧ ਹੈ। ਸੋ ਮੈਂ ਤਾਂ ਸੰਤਾਂ ਦਾ ਹੁਣ ਸੇਵਕ ਹੋ ਗਿਆ, ਸਾਧ ਸੰਗਤ ਦਾ ਸੇਵਕ ਹੋ ਗਿਆ। ਸੰਸਾਰ ਵਾਲੇ ਪਾਸੇ ਤੋਂ ਜਿਹੜੀ ਮੇਰੀ ਮੱਤ ਹੈ ਉਹ ਉਲਟ ਚੁੱਕੀ ਹੈ। ਤੇ ਭਗਤਨ ਤੇ ਡਰ ਪਾਵੋ। ਜਿਹੜੇ ਤੇਰੇ ਭਗਤ ਨੇ ਉਹਨਾਂ ਦਾ ਮੈਂ ਅਦਬ ਕਰਦਾ, ਭਗਤੀ ਕਰਨੇ ਵਾਲਿਆਂ ਦਾ ਅਦਬ ਕਰਦਾ। ਹਾਂ, ਭਗਤ ਨਾ ਜਿਹੜੇ ਤੇਰੇ ਭਗਤ ਨਹੀਂ ਹਨ। ਭਗਤ ਕੌਣ ਨੇ? ਜਿਹੜੇ ਬੰਦਗੀ ਨਹੀਂ ਕਰਦੇ, ਬਾਣੀ ਨਹੀਂ ਪੜ੍ਹਦੇ, ਉਹ ਭਗਤ ਨਹੀਂ। ਉਹਨਾਂ ਤੋਂ ਡਰ ਪਾਵੋ। ਡਰਦਾ ਪਿੱਛੇ ਰਹਿਣਾ ਵੀ ਇਹਨਾਂ ਦੇ ਨਾਲ ਕਿਤੇ ਮੇਰੀ ਬੋਲ ਚਾਲ ਨਾ ਹੋ ਜਾਵੇ, ਕੋਈ ਗੱਲਬਾਤ ਨਾ ਹੋ ਜਾਵੇ, ਮੈਂ ਇਹਨਾਂ ਦੇ ਨਾਲ ਸੰਗਤ ਨਾ ਕਰ ਲਵਾਂ, ਕਿਉਂਕਿ ਇਹਨਾਂ ਦੇ ਨਾਲ ਜੇ ਸੰਗਤ ਕੀਤੀ ਤੇ ਇਹਨਾਂ ਦੀ ਸੰਗਤ ਦਾ ਮੇਰੇ 'ਤੇ ਭੈੜਾ ਅਸਰ ਪੈ ਜਾਵੇਗਾ। ਸੋ ਜਿਹੜਾ ਸਾਖਤ ਹੈ ਉਹਦਾ ਸੰਗ ਹੀ ਨਹੀਂ ਕਰਨਾ ਚਾਹੀਦਾ। ਜਿਹੜਾ ਭਗਤੀ ਨਹੀਂ ਕਰਦਾ ਸਾਖਤ ਹੈ, ਜਿਹੜਾ ਬੰਦਗੀ ਨਹੀਂ ਕਰਦਾ ਉਹ ਸਾਖਤ ਹੈ, ਸ਼ਕਤੀ ਦਾ ਪੁਜਾਰੀ ਹੈ, ਮਾਇਆ ਦਾ ਪੁਜਾਰੀ ਹੈ। ਉਹ ਤੋਂ ਮੈਂ ਡਰਦਾ। ਭਗਤ ਨਾ ਡਰ ਪਾਵੋ। ਹਾਂ, ਹਰ ਵਕਤ ਡਰਦਾ ਰਹਿਣਾ। ਕੋਈ ਐਸਾ ਦਿਨ, ਕੋਈ ਐਸੀ ਘੜੀ, ਕੋਈ ਐਸਾ ਪਲ ਨਾ ਹੋਵੇ ਜਦੋਂ ਮੇਰੇ ਕੋਲੋਂ ਬੰਦਗੀ ਨਾ ਹੋਵੇ। ਹਰ ਵਕਤ ਇਸ ਗੱਲ ਦਾ ਡਰ ਰਹਿੰਦਾ। ਭਗਤ ਨਾ, ਇਸ ਗੱਲ ਦਾ ਡਰ ਹੈ। ਬਾਕੀ ਕਿਸੇ ਬਿਮਾਰੀ ਦਾ ਡਰ ਨਹੀਂ, ਕਿਸੇ ਪਸ਼ੂ ਦਾ, ਜਾਨਵਰ ਦਾ, ਕਿਸੇ ਤਾਕਤਵਰ ਮਨੁੱਖ ਦਾ, ਕਿਸੇ ਦਾ ਡਰ ਨਹੀਂ। ਹੋਰ ਜੇ ਮੈਂ ਡਰਦਾ ਹੈ ਤੇ ਇੱਕ ਗੱਲੋਂ ਡਰਦਾ ਕਿ ਕਿਤੇ ਐਸਾ ਨਾ ਹੋ ਜਾਵੇ ਕਿ ਮੇਰੇ ਕੋਲੋਂ ਬੰਦਗੀ ਨਾ ਹੋਵੇ, ਭਗਤੀ ਨਾ ਹੋਵੇ। ਕੋਈ ਦਿਨ ਐਸਾ ਮੇਰਾ ਖਾਲੀ ਨਾ ਕਿਤੇ ਨਿਕਲ ਜਾਵੇ, ਕੋਈ ਸਵਾਸ ਐਸਾ ਖਾਲੀ ਨਾ ਨਿਕਲ ਜਾਵੇ। ਇਸ ਗੱਲ ਤੋਂ ਡਰ ਲੱਗਦਾ। ਮਨੁੱਖਾ ਜਨਮ ਕਿਤੇ ਬੇਅਰਥ ਨਾ ਚਲਾ ਜਾਵੇ, ਇਸ ਗੱਲ 'ਤੇ ਡਰ ਲੱਗਦਾ। ਕਹਿੰਦੇ ਇਹ ਸੰਸਾਰ ਤੇ ਤਬ ਹੀ ਛੁਟਾਓ ਜੋ ਮਾਇਆ ਨਹਿ ਲਪਟਾਵੋ। ਇਸ ਸੰਸਾਰ ਤੋਂ ਛੁਟਕਾਰਾ ਕਿਵੇਂ ਹੈ? ਜਿਹੜਾ ਸੰਸਾਰ ਇਹਦੇ ਤੋਂ ਕਿਵੇਂ ਛੁਟਕਾਰਾ ਪ੍ਰਾਪਤ ਕੀਤਾ ਜਾ ਸਕਦਾ? ਸਾਹਿਬ ਜੀ ਕਹਿੰਦੇ ਨੇ, ਭਗਤ ਜੀ ਕਹਿੰਦੇ, ਤਦ ਹੀ ਇਸ ਸੰਸਾਰ ਤੋਂ ਛੁਟਕਾਰਾ ਹੋ ਸਕਦਾ ਹੈ ਜੇ ਮਾਇਆ ਦੇ ਨਾਲ ਮਨ ਲਿਪਾਏ ਮਾਨ ਨਾ ਹੋਵੇ। ਜਦੋਂ ਮਨ ਮਾਇਆ ਦੇ ਨਾਲ ਲਿਪਾਏ ਮਾਨ ਹੁੰਦਾ ਹੈ ਤੇ ਮਾਇਆ ਜਿਹੜੀ ਹੈ ਮਨ ਨੂੰ ਲਪੇਟ ਲੈਂਦੀ ਹੈ। ਜਦੋਂ ਮਨ ਨੂੰ ਲਪੇਟਦੀ ਤੇ ਮਨ ਦੀ ਸੁੱਧ ਬੁੱਧ ਸਾਰੀ ਖਤਮ ਹੋ ਜਾਂਦੀ ਹੈ, ਲਪੇਟੇ ਵਿੱਚ ਆ ਜਾਂਦਾ ਨਾ ਮਨ ਮਾਇਆ ਦੇ। ਫਿਰ ਸੰਸਾਰ ਤੋਂ ਛੁਟਕਾਰਾ ਨਹੀਂ ਹੈ। ਮਾਇਆ ਨਾਮ ਗਰਭ ਜੋਨ ਕਾ ਤਿਹ ਤਜ ਦਰਸ਼ਨ ਪਾਵਉ। ਸੋ ਮਾਇਆ ਕਰਦੀ ਕੀ ਹੈ? ਮਾਇਆ ਗਰਭ ਜੋਨ ਵਿੱਚ ਪਾਉਂਦੀ ਹੈ। ਇਸ ਨਾਮ ਦੇ ਨਾਲ ਮਾਇਆ ਮਸ਼ਹੂਰ ਹੈ। ਜਿਹੜਾ ਕੰਮ ਬੰਦਾ ਕਰਦਾ ਹੋਵੇ ਨਾ, ਉਸ ਕੰਮ ਦੇ ਉੱਤੇ ਬੰਦੇ ਦਾ ਨਾਂ ਪੈ ਜਾਂਦਾ। ਬੰਦਾ ਜਿਸ ਕੰਮ ਦੇ ਵਿੱਚ ਐਕਸਪਰਟ ਹੋਵੇ ਨਾ, ਉਸ ਕੰਮ ਦੇ ਨਾਂ 'ਤੇ ਹੀ ਬੰਦੇ ਦਾ ਨਾਮ ਹੁੰਦਾ। ਨਾਮ ਤਾਂ ਭੁੱਲ ਜਾਂਦੇ ਜਿਹੜਾ ਬੰਦਾ ਕਰੈਕਟਰ ਕਰ ਰਿਹਾ, ਉਹਦਾ ਅਸਲੀ ਨਾਮ ਭੁੱਲ ਜਾਂਦੇ ਨੇ। ਜਿਹੜਾ ਕੰਮ ਕਰਦਾ ਪਿਆ ਨਾ, ਉਹ ਕੰਮ ਦੇ ਨਾਂ 'ਤੇ ਉਹਦਾ ਨਾਮ ਹੁੰਦਾ। ਸੋ ਜ਼ਮੀਨ ਦਾ ਮਾਲਕ ਕਹਿਣਾ ਜ਼ਿਮੀਂਦਾਰ, ਹਾਂਜੀ। ਲੋਹੇ ਦਾ ਕੰਮ ਕਰ ਰਿਹਾ, ਨਾਂ ਥੋੜ੍ਹੀ ਉਹਨੂੰ ਕਹਿੰਦੇ ਲੁਹਾਰ। ਸੋਨੇ ਦਾ ਕੰਮ ਕਰ ਰਿਹਾ ਸੁਨਿਆਰ। ਕੋਈ ਦੁੱਧ ਵੇਚਦਾ ਪਿਆ ਕਹਿਣਾ ਦੁੱਧ ਵਾਲਾ, ਨਾਂ ਕੌਣ ਜਾਣਦਾ? ਜਿਹੜਾ ਬੰਦਾ ਹੁਣ ਕੰਮ ਕਰ ਰਿਹਾ ਉਹਨੂੰ ਉਹਦੇ ਨਾਂ 'ਤੇ ਉਹਦਾ ਕੰਮ ਪੈ ਜਾਂਦਾ। ਭਗਤੀ ਕਰਨੇ ਵਾਲਾ ਕਹਿਣਾ ਭਗਤ, ਨਾਂ ਕੌਣ ਜਾਣਦਾ? ਜਿਹੜਾ ਕੰਮ ਕਰਦਾ ਉਹਦਾ ਨਾਂ ਬਣ ਜਾਂਦਾ। ਸੋ ਮਾਇਆ ਨਾਮ ਗਰਭ ਜੋਨ ਕਾ। ਮਾਇਆ ਦਾ ਮੁੱਖ ਕੰਮ ਕੀ ਹੈ? ਮਾਇਆ ਜਿਹੜੀ ਆ ਗਰਭ ਜੋਨ ਵਿੱਚ ਪਾ ਦਿੰਦੀ ਹੈ ਜਿਹੜਾ ਮਾਇਆ ਦੇ ਨਾਲ ਜੁੜਦਾ। ਇਸ ਕਰਕੇ ਨਾ ਹੀ ਭਗਤ ਨੂੰ ਗਰਭ ਜੋਨ, ਗਰਭ ਵਿੱਚ ਭੇਜਣੇ ਵਾਲੀ ਮਾਇਆ।
ਮਾਇਆ ਨਾਮ ਗਰਭ ਜੋਨ ਕਾ, ਤਿਹ ਤਜ ਦਰਸ਼ਨ ਪਾਵੋ। ਜੇ ਉਹਦੇ ਦਰਸ਼ਨ ਦੀਦਾਰ ਕਰਨੇ ਚਾਹੁੰਦਾ ਤੇ ਮਾਇਆ ਦਾ ਤੈਨੂੰ ਤਿਆਗ ਕਰਨਾ ਪਵੇਗਾ, ਮਾਇਆ ਦਾ ਖਹਿੜਾ ਛੱਡਣਾ ਪਵੇਗਾ। ਮਾਇਆ ਨੂੰ ਜੇ ਕੋਈ ਤਿਆਗਣਾ ਚਾਹੇ, ਮਾਇਆ ਦਾ ਕੋਈ ਤਿਆਗ ਨਹੀਂ ਕਰ ਸਕਦਾ, ਨਹੀਂ ਤਿਆਗ ਕਰ ਸਕਦਾ। ਚਿੰਬੜੀ ਹੋਈ ਹੈ ਨਾ ਮਾਇਆ, ਜਿਹੜੀ ਗਲ ਨੂੰ ਚਿੰਬੜ ਜਾਂਦੀ ਹੈ। ਅੱਜ ਦਾ ਚਾਮ ਚੜਿੱਕਾਂ ਹੁੰਦੀਆਂ, ਜੇ ਚਾਮ ਚੜਿੱਕ ਚਿੰਬੜ ਜਾਵੇ ਨਾ, ਮਾਸ ਨੂੰ ਚੰਮ ਨੂੰ ਚਿੰਬੜ ਜਾਂਦੀ ਹੈ, ਲੈਂਦੀ ਨਹੀਂ ਸੱਜੇ ਕਿਤੇ। ਫਿਰ ਗਰਮ ਚਿਮਟਾ ਕਰਕੇ ਨਾ ਇਹਨੇ ਲਾਲ, ਫਿਰ ਉਹ ਚਾਮ ਚੜਿੱਕ ਨੂੰ ਫੜਿਆ ਜਾਂਦਾ ਅਤੇ ਉਹ ਚਾਮ ਚੜਿੱਕ ਵੀ ਰੌਲਾ ਪਾਉਂਦੀ ਆ, ਅਤੇ ਜਿਹਨੂੰ ਲੈਂਦੀ ਜਿਹਦੇ ਨਾਲ ਉਹ ਵੀ ਰੌਲਾ ਪਾਉਂਦਾ। ਇਹ ਤਾਂ ਗਲ ਨੂੰ ਚਿੰਬੜ ਜਾਂਦੀ ਹੈ, ਲੈਂਦੀ ਨਹੀਂ ਸੱਜੇ ਕਿਤੇ। ਪੂਰਾ ਗੁਰੂ ਜਿਹੜਾ ਆ ਉਹ ਮਾਇਆ ਨੂੰ ਲਾ ਸਕਦਾ। ਤਿਹ ਤਜ ਸਾਡੇ ਵੱਸ ਵਿੱਚ ਹੋਵੇ। ਚਾਹੁੰਦੇ ਤਾਂ ਸਾਰਿਆਂ ਨੂੰ ਜਦੋਂ ਮਾਇਆ ਦੇ ਕਾਰਨਾਮੇ ਪਤਾ ਲੱਗਦੇ ਹੈ ਵੀ ਮਾਇਆ ਤਾਂ ਭਾਈ ਗਰਭ ਜੋਨ ਵਿੱਚ ਭੇਜ ਦਿੰਦੀ ਆ, ਮਾਇਆ ਦੇ ਨਾਲ ਦੁੱਖ ਮਿਲਦੇ ਨੇ, ਅਤੇ ਚਾਹੁੰਦੇ ਤਾਂ ਫਿਰ ਸਾਰੇ ਨੇ ਜਿਹੜੇ ਜਗਿਆਸੂ ਹੁੰਦੇ ਨੇ, ਅੰਦਰੋਂ ਜਾਗ ਜਾਂਦੇ ਨੇ, ਜਿਹੜੇ ਸਾਧਨਾ ਕਰਨ ਲੱਗ ਪੈਂਦੇ ਨੇ, ਸਾਰੇ ਹੀ ਚਾਹੁੰਦੇ ਨੇ ਵੀ ਮਾਇਆ ਦਾ ਤਿਆਗ ਹੋ ਜਾਵੇ। ਪਰ ਮਾਇਆ ਤਿਆਗੀ ਜਾਂਦੀ ਹੈ? ਮਾਇਆ ਨਹੀਂ ਤਿਆਗੀ ਜਾਂਦੀ ਹੈ। ਇਹ ਤਾਂ ਗੁਰੂ ਹੈ, ਪੂਰਾ ਸਤਿਗੁਰੂ ਹੈ, ਜਿਹੜਾ ਮਾਇਆ ਤੋਂ ਸਾਡਾ ਖਹਿੜਾ ਛੁਡਾ ਸਕਦਾ ਹੈ। ਅਤੇ ਫਿਰ ਪੂਰੇ ਗੁਰੂ ਨੂੰ ਹੀ ਬੇਨਤੀ ਕਰਨੀ ਪੈਂਦੀ, ਅਸਾਂ ਜੋਰ ਨਾਹੀਂ ਜੇ ਕਿਛ ਕਰ ਹਮ ਸਾਕੇ, ਜਿਉ ਭਾਵੇ ਤਿਵੇਂ ਬਖਸ਼। ਗੁਰੂ ਕਿਰਪਾ ਕਰਦਾ, ਮਾਇਆ ਤੋਂ ਸਾਡਾ ਖਹਿੜਾ ਛੁਡਾਉਂਦਾ। ਮਾਇਆ ਦੇ ਬਾਰੇ ਵੱਧ ਤੋਂ ਵੱਧ ਜਾਣਕਾਰੀ ਪ੍ਰਾਪਤ ਹੁੰਦੀ ਹੈ। ਹੁਣ ਜਿਹੜੀ ਚੀਜ਼ ਨੂੰ ਅਸੀਂ ਲੈਣਾ ਉਹਦੀ ਜਾਣਕਾਰੀ ਚਾਹੀਦੀ ਹੈ, ਜਿਹਨੂੰ ਛੱਡਣਾ ਉਹਦੀ ਵੀ ਜਾਣਕਾਰੀ ਚਾਹੀਦੀ ਹੈ। ਗੁਰੂ ਕਿੱਦਾਂ ਮਾਇਆ ਛਡਾਉਂਦਾ? ਸਤਿਗੁਰੂ ਜੀ ਮਾਇਆ ਦੇ ਸੰਬੰਧ ਵਿੱਚ ਫਿਰ ਵੱਧ ਤੋਂ ਵੱਧ ਜਾਣਕਾਰੀ ਸਾਨੂੰ ਦਿੰਦੇ। ਫਿਰ ਇੱਕ ਦਿਨ ਐਸੀ ਜਾਣਕਾਰੀ ਅੰਦਰ ਮਿਲ ਜਾਂਦੀ ਹੈ ਕਿ ਪਰਮਾਤਮਾ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਬਾਕੀ ਸਾਰਾ ਕੁਝ ਹੀ ਮਾਇਆ ਹੈ। ਪਹਿਲਾਂ ਕਹਿੰਦਾ ਆਹ ਕਰ ਲਓ, ਆਹ ਕਰ ਲਓ, ਇੱਦਾਂ ਕਰ ਲਓ, ਇੱਦਾਂ ਕਰ ਲਓ। ਜਦੋਂ ਪਤਾ ਲੱਗਦਾ ਨੇ ਵੀ 3 ਗੁਣ ਹੈ ਹੀ ਮਾਇਆ, ਪਹਿਲਾਂ ਤਾਂ ਸੱਤ ਗੁਣ 'ਤੇ ਬੈਠਾ ਹੋਇਆ ਸੀ। ਦਾਨ ਪੁੰਨ ਕਰ ਲਓ, ਕਿਸੇ ਨੂੰ ਭੋਜਨ ਛਕਾਤਾ, ਕੱਪੜਾ ਦੇ ਦਿੱਤਾ, ਸਤੋ ਗੁਣ ਨੂੰ ਸਭ ਕੁਝ ਸ੍ਰੇਸ਼ਟ ਮੰਨਿਆ ਹੋਇਆ ਸੀ। ਪਰ ਜਦੋਂ ਸੋਝੀ ਹੈ ਵੀ ਸਤੋ ਗੁਣ ਵੀ ਮਾਇਆ ਹੀ ਹੈ, ਹੰਕਾਰ ਪੈਦਾ ਹੋ ਜਾਂਦਾ ਹੈ। ਜਦੋਂ ਬੰਦਾ ਕਿਸੇ ਦੇ ਪ੍ਰਤੀ ਕੋਈ ਕਾਰਜ ਕਰਦਾ, ਮਨ ਵਿੱਚ ਹਉਮੈ ਜਿਹੜੀ ਹੈ ਉਹ ਪੈਦਾ ਹੋ ਜਾਂਦੀ ਹੈ। ਜਿਹੜੀ ਚੀਜ਼ ਹਉਮੈ ਪੈਦਾ ਕਰਦੀ ਉਸ ਨੂੰ ਮਾਇਆ ਕਹਿ ਦਿੱਤਾ, ਜਿਹਦੇ ਨਾਲ ਹੰਕਾਰ ਪੈਦਾ ਹੋ ਜਾਂਦਾ। ਇਹ ਜਾਣਕਾਰੀ ਪੂਰੇ ਸਤਿਗੁਰੂ ਜੀ ਪਾਸੋਂ ਪ੍ਰਾਪਤ ਹੁੰਦੀ ਹੈ। ਸੋ ਇਸ ਕਰਕੇ ਤਿਹ ਤਜ ਦਰਸ਼ਨ ਪਾਵੋ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹਦਾ ਖਹਿੜਾ ਛੱਡ ਦੇ, ਫੇਰ ਤੈਨੂੰ ਦਰਸ਼ਨ ਦੀਦਾਰ ਹੋਣਗੇ। ਕੋਸ਼ਿਸ਼ ਕੀਤੀ ਖਹਿੜਾ ਛੱਡਣ ਦੀ, ਖਹਿੜਾ ਨਹੀਂ ਛੱਡਾ ਹੋਇਆ। ਫਿਰ ਮਹਾਰਾਜ ਨੂੰ ਜਦੋਂ ਬੇਨਤੀ ਕੀਤੀ ਅਤੇ ਸੱਚੇ ਪਾਤਸ਼ਾਹ ਜੀ ਨੇ ਇਹਦੇ ਤੋਂ ਖਹਿੜਾ ਛਡਾ ਦਿੱਤਾ। ਨਾਕੋ ਕਾਟੀ ਕਾਨੋਂ ਕਾਟੀ, ਕਾਟ ਕੂਟ ਕੇ ਡਾਰੀ। ਹੁਣ ਸੋਝੀ ਪੈ ਗਈ ਸੀ ਕਬੀਰ ਸਾਹਿਬ ਜੀ ਨੂੰ। ਤਦੇ ਕਹਤਾ ਆਏ ਮੁਝ ਪੈ ਅਨਕ ਬਾਰ, ਅਨਕ ਕਰੇ ਕਰ ਭੇਖ, ਹਮ ਰਾਖੇ ਗੁਰ ਆਪਨੇ, ਉਨ ਕੀਨੋ ਆਦੇਸ਼। ਕਹਿੰਦੇ ਮੇਰੇ ਉੱਤੇ ਮਾਇਆ ਦਾ ਹਮਲਾ ਬਹੁਤ ਵਾਰੀ ਹੋਇਆ, ਅਤੇ ਬਹੁਤ ਵਾਰੀ ਕਈ ਤਰ੍ਹਾਂ ਦੇ ਰੂਪ ਬਣਾ ਕੇ ਮਾਇਆ ਨੇ ਮੇਰੇ 'ਤੇ ਹਮਲਾ ਕੀਤਾ, ਅਤੇ ਮੈਂ ਆਪਣੇ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਇਸ ਮਾਇਆ ਤੋਂ ਬਚ ਗਿਆ। ਜਦੋਂ ਫਿਰ ਮਾਇਆ ਦੇ ਹਰ ਇੱਕ ਦਾਅ ਤੋਂ ਭਗਤ ਬਚ ਜਾਂਦਾ, ਹੁਣ ਮਾਇਆ ਨੇ ਸਾਰੇ ਦਾਅ ਖੇਲ ਲਏ, ਭਗਤ ਬਚ ਗਿਆ, ਫਿਰ ਮਾਇਆ ਉਸ ਭਗਤ ਦੀ ਦਾਸੀ ਬਣਦੀ ਹੈ। ਮਾਇਆ ਹੋਏ ਭਗਤਾਂ ਕੀ ਦਾਸੀ, ਤਿਸ ਅੱਗੇ ਕਾਰ ਕਮਾਵੈ। ਭਗਤਾਂ ਦੀ ਦਾਸੀ ਮਾਇਆ ਬਣ ਜਾਂਦੀ ਹੈ। ਸੋ ਇਹ ਗੁਰੂ ਨੇ ਕਿਰਪਾ ਕੀਤੀ ਹੈ। ਭਗਤ ਨਾਮਦੇਵ ਜੀ ਇੱਥੇ ਵਚਨ ਕਰਦੇ ਨੇ, ਦਰਸ਼ਨ ਪਾਵੋ। ਦਰਸ਼ਨ ਤੋਂ ਭਾਵ ਹੈ ਸੋਝੀ ਨਾ, ਪੂਰੀ ਤਰ੍ਹਾਂ ਸੰਪੂਰਨ ਰੂਪ ਜਦੋਂ ਮਾਇਆ ਦਾ ਤਿਆਗ ਹੋ ਗਿਆ, ਫਿਰ ਰੱਬ ਦੀ ਸੋਝੀ ਪਈ। ਜਿਹੜਾ ਸੋ ਘੱਟ ਘੱਟ ਮੈਂ ਹਰ ਜੂ ਵਸੈ, ਇਹਦੀ ਸੋਝੀ ਤਾਂ ਫੇਰ ਹੀ ਪਈ। ਪਹਿਲਾਂ ਤਾਂ ਪੜ੍ਹਿਆ ਹੀ ਸੀ ਇਕੱਲਾ, ਹੁਣ ਸੋਝੀ ਪੈ ਗਈ। ਸੰਤਨ ਕਹੇ ਉਪਕਾਰ, ਘਟਾਂ ਘਟਾਂ ਵਿੱਚ ਵਸਦਾ, ਇਸ ਚੀਜ਼ ਦੀ ਸੋਝੀ ਪੈ ਗਈ। ਫਿਰ ਕਹਿੰਦੇ ਇਤ ਕਰ ਭਗਤ ਕਰ ਹੈ ਜੋ ਜਨ, ਤਿਨ ਭਉ ਸਗਲ ਚੁਕਾਈਐ। ਹੁਣ ਭੈ ਜਿਹੜੇ ਨੇ, ਡਰ ਇੱਕ ਥੋੜ੍ਹੀ ਬੰਦੇ ਨੂੰ ਚਿੰਬੜਿਆ ਹੋਇਆ, ਕਿਤੇ ਕਿੰਨਾ ਕੁ ਡਰ ਹੈ। ਮੌਤ ਦਾ ਡਰ ਆਪਣੇ ਸਰੀਰ ਦਾ, ਕਿਤੇ ਮੈਨੂੰ ਮੌਤ ਨਾ ਆ ਜਾਵੇ। ਭੁੱਖ ਦਾ ਡਰ ਹੈ, ਦੁੱਖ ਦਾ ਡਰ ਹੈ,
ਸੋ ਗਰੀਬੀ ਦਾ ਡਰ ਹੈ, ਅਪਮਾਨ ਨਾ ਹੋ ਜਾਵੇ, ਬੇਇੱਜ਼ਤੀ ਨਾ ਹੋ ਜਾਵੇ, ਉਸ ਦਾ ਡਰ ਹੈ। ਪਤਾ ਨਹੀਂ ਕਿੰਨੇ ਕੁ ਡਰਾਂ ਦੇ ਵਿੱਚ ਇਹ ਜੀ ਰਿਹਾ ਹੈ। ਮਹਾਰਾਜ ਭਗਤ ਨਾਮਦੇਵ ਜੀ ਕਹਿੰਦੇ ਨੇ, ਜਿਹੜਾ ਇਸ ਤਰੀਕੇ ਦੇ ਨਾਲ ਭਗਤੀ ਕਰਦਾ ਹੈ, ਮਾਇਆ ਦਾ ਤਿਆਗ ਕਰਕੇ, ਮੰਨ ਲਓ ਮਾਇਆ ਦਾ ਤਿਆਗ ਹੋ ਗਿਆ, ਇਸ ਤਰੀਕੇ ਦੇ ਨਾਲ ਜਿਹਦੀ ਬੰਦਗੀ ਚੱਲ ਪੈਂਦੀ ਹੈ, ਉਹਦੀ ਗੱਲ ਕਰਦੇ ਆ। ਕਹਿੰਦੇ ਭਉ ਸਗਲ ਚੁਕਾਈਐ, ਇਸ ਲੋਕ ਦੇ ਵਿੱਚ ਕਿਸੇ ਵੀ ਕਿਸਮ ਦਾ ਡਰ ਨਹੀਂ। ਭਗਤ ਨਾਮਦੇਵ ਜੀ ਦਾ ਡਰ ਸੱਚਮੁੱਚ ਖਤਮ ਹੋ ਚੁੱਕਾ ਸੀ। ਜਦੋਂ ਭਗਤ ਨਾਮਦੇਵ ਜੀ ਨੂੰ ਖੂਨੀ ਹਾਥੀ ਅੱਗੇ ਸੁੱਟਿਆ ਸੀ, ਅਤੇ ਉਸ ਵਕਤ ਖੂਨੀ ਹਾਥੀ ਜਿਹੜਾ ਭਗਤ ਨਾਮਦੇਵ ਜੀ ਨੂੰ ਸਲਾਮ ਕਰ ਗਿਆ, ਕਰੈ ਗਜਿੰਦ ਸੁੰਡ ਕੀ ਚੋਟ। ਇਹ ਨਹੀਂ ਸੀ ਵੀ ਨਾਮਦੇਵ ਨੂੰ ਚੋਟ ਨਹੀਂ ਸੀ ਮਾਰੀ, ਮਾਰੀ ਸੀ। ਸੁੰਡ ਦੀ ਬੜੀ ਜ਼ੋਰਦਾਰ ਚੋਟ ਮਾਰੀ ਭਗਤ ਨਾਮਦੇਵ ਜੀ ਨੂੰ। ਹੁਣ ਉਹਦੀ ਸੁੰਡ ਨੂੰ ਕਿੰਨੀ ਕੁ ਸੱਟ ਵੱਜੀ ਹੋਵੇਗੀ। ਜਿਹੜਾ ਹਾਥੀ ਸੀ ਚੀਕਾਂ ਮਾਰਦਾ ਪਿੱਛੇ ਨੂੰ ਚਲਾ ਗਿਆ ਸੀ, ਉਦੋਂ ਸੱਟ ਵੱਜੀ ਤਦੇ ਚੀਕਾਂ ਮਾਰੀਆਂ, ਫਿਰ ਨਮਸਕਾਰ ਕੀਤੀ ਉਸਨੇ। ਭੌ ਨਹੀਂ ਆਇਆ, ਡਰ ਤੋਂ, ਹਾਥੀ ਤੋਂ ਡਰ ਨਹੀਂ ਆਇਆ। ਫਿਰ ਜਦੋਂ ਬਾਦਸ਼ਾਹ ਨੇ ਕਹਿ ਤਾ ਵੀ ਤੈਨੂੰ 7 ਘੜੀਆਂ ਦਾ ਸਮਾਂ ਦਿੱਤਾ, ਆ ਵੱਢੀ ਹੋਈ ਗਊ ਨੂੰ ਤੂੰ ਜੀਵਾਲ ਦੇ। ਜੇ ਤੂੰ 7 ਘੜੀਆਂ ਵਿੱਚ ਗਊ ਜੀਂਦੀ ਨਾ ਕੀਤੀ ਤੇ ਤੇਰਾ ਵੀ ਸਿਰ ਇੱਥੇ ਕਲਮ ਕਰ ਦਿੱਤਾ ਜਾਵੇਗਾ। ਭਗਤ ਨਾਮਦੇਵ ਜੀ ਨੂੰ ਕੋਈ ਡਰ ਨਹੀਂ ਆਇਆ, ਕੋਈ ਭੈ ਨਹੀਂ ਆਇਆ ਮਨ ਦੇ ਵਿੱਚ ਵੀ ਮੇਰਾ ਸਿਰ ਕਲਮ ਹੋ ਜਾਵੇਗਾ। ਸੋ ਉਸੇ ਤਰ੍ਹਾਂ ਹੀ ਜਿਵੇਂ ਪਹਿਲੋਂ ਬਾਣੀ ਪੜ੍ਹਦੇ ਹੋ, ਤੇਰਾ ਬਾਣੀ ਪੜ੍ਹਦੇ ਰਹੇ, ਨਾਮ ਜਪਦੇ ਰਹੇ। ਜਿਨ੍ਹਾਂ ਦੇ ਇਸ ਸੰਸਾਰ ਦੇ ਵਿੱਚ ਡਰ ਸਾਰੇ ਖਤਮ ਹੋ ਜਾਂਦੇ ਨੇ, ਉਹਨਾਂ ਨੂੰ ਪਰਲੋਕ ਦੇ ਵਿੱਚ ਜਮਾਂ ਦਾ ਕੋਈ ਡਰ ਨਹੀਂ ਰਹਿੰਦਾ, ਲੇਖਿਆਂ ਦਾ ਕੋਈ ਡਰ ਨਹੀਂ ਰਹਿੰਦਾ, ਨਰਕਾਂ ਦਾ ਕੋਈ ਡਰ ਨਹੀਂ ਰਹਿੰਦਾ। ਅਤੇ ਉਹਨਾਂ ਨੂੰ ਫਿਰ ਜਮ ਥੋੜ੍ਹੀ ਲੈਣ ਵਾਸਤੇ ਆਉਂਦੇ, ਰਾਮਗਣੀ ਲੈਣ ਵਾਸਤੇ ਆਉਂਦੇ, ਰੱਬ ਦੇ ਪਿਆਰੇ ਲੈਣ ਵਾਸਤੇ ਆਉਂਦੇ ਨੇ। ਸਫ਼ਰ, ਪਰਲੋਕ ਦਾ ਸਫ਼ਰ ਵੀ ਸੋਭਨੀਕ ਹੁੰਦਾ ਹੈ, ਸੋਹਣਾ ਹੁੰਦਾ ਹੈ। ਅਤੇ ਜਿਹੜੇ ਮਾਇਆ ਦੀ ਲਪੇਟ ਵਿੱਚ ਆ ਗਏ, ਅਤੇ ਉਹਨਾਂ ਦਾ ਇੱਥੇ ਵੀ ਸਫ਼ਰ ਮਾੜਾ ਜ਼ਿੰਦਗੀ ਦਾ, ਅਤੇ ਪਰਲੋਕ ਦਾ ਸਫ਼ਰ ਵੀ ਉਹਨਾਂ ਦਾ ਮਾੜਾ। ਭਗਤ ਨਾਮਦੇਵ ਜੀ ਦੇ ਅੰਦਰੋਂ ਸਾਰਾ ਭਰਮ ਖਤਮ ਹੋ ਚੁੱਕਾ ਸੀ, ਡਰ ਦੂਰ ਹੋ ਚੁੱਕਾ ਸੀ। ਕਹਿਤ ਨਾਮ ਦਿਓ ਬਾਹਰ ਕਿਆ ਭਰਮ, ਏ ਸੰਜਮ ਹਰ ਪਾਈਐ। ਭਗਤ ਨਾਮਦੇਵ ਜੀ ਕਹਿੰਦੇ, ਭਾਈ ਐਵੇਂ ਭਟਕੋ ਨਾ, ਤੀਰਥਾਂ ਦਾ ਭ੍ਰਮਣ ਕਰਨਾ, ਪਹਾੜਾਂ ਦੀਆਂ ਕੰਦਰਾਂ ਵਿੱਚ ਜਾ ਕੇ ਬੰਦਗੀ ਕਰਨੀ, ਸੰਨਿਆਸ ਲੈ ਲੈਣਾ, ਹਿਮਾਲਿਆ 'ਤੇ ਚੜ੍ਹ ਜਾਣਾ, ਜੰਗਲਾਂ ਦੇ ਵਿੱਚ ਭਟਕਣਾ। ਕਹਿੰਦੇ ਬਾਹਰ ਕਿਆ ਭਰਮਉ, ਬਾਹਰਲੀ ਭਟਕਣਾ ਜਿਹੜੀ ਹੈ ਉਹ ਛੱਡ ਦਿਓ। ਕਿਉਂ ਭਰਮਦੇ ਹੋ, ਕਿਉਂ ਭਟਕਦੇ ਹੋ? ਇਹ ਸੰਜਮ ਹਰ ਪਾਈ ਹੈ। ਬਸ ਇੱਕ ਸੰਜਮ ਕਰ ਲਓ, ਇੱਕ ਸੰਜਮ ਕਰ ਲਓ। ਸੰਜਮ ਕਿਹੜਾ? ਕਹਿੰਦੇ ਸੰਜਮ ਮਾਇਆ ਦਾ, ਉਹ ਕਰ ਲਓ। ਹੋਰ ਸੰਜਮ ਕਿਹੜੇ ਦੱਸੇ ਨੇ ਸ਼ਬਦ ਦੇ ਵਿੱਚ? ਭਾਈ ਸੰਜਮ ਨੇ ਕਹਿੰਦੇ 7 ਤੇ 2, ਜਿਹੜੇ 7, 5 ਤੇ 2 7, 5 2 7, 5 5 4 9, 4 ਸੁਰਤ ਮਤ ਮਨ ਬੁੱਧ, 5 ਤੇ 4 9, 9 ਜਿਹੜੇ ਨੇ। ਸੋ ਇਹਨਾਂ ਦਰਵਾਜ਼ਿਆਂ ਨੂੰ ਜ਼ਹਿਰ ਤੋਂ, ਮਾਇਆ ਦੇ ਜ਼ਹਿਰ ਤੋਂ ਬਚਾ ਕੇ ਰੱਖੋ। ਗਿਆਨ ਇੰਦਰੀਆਂ ਨੂੰ ਜ਼ਹਿਰ ਤੋਂ ਬਚਾਓ, ਅਤੇ ਅੰਤਸ਼ਕਰਨ ਨੂੰ ਜ਼ਹਿਰ ਤੋਂ ਬਚਾਓ। ਸੰਜਮ ਕਰ ਲਓ। ਜਿੰਨਾ ਚਿਰ ਸੰਜਮ ਨਹੀਂ ਕਰਦੇ, ਭਗਤ ਨਾਮਦੇਵ ਜੀ ਕਹਿੰਦੇ, ਉਨਾ ਚਿਰ ਹਰੀ ਦੀ ਪ੍ਰਾਪਤੀ ਨਹੀਂ। ਜਿੱਥੇ ਮਰਜ਼ੀ ਕਹਿੰਦੇ ਭਟਕੀ ਜਾਓ, ਜਿੰਨਾ ਚਿਰ ਅੰਤਸ਼ਕਰਨ ਨਹੀਂ ਸ਼ੁੱਧ ਕਰਦੇ, ਅੰਤਸ਼ਕਰਨ ਨਹੀਂ ਸ਼ੁੱਧ ਹੁੰਦਾ, ਉਨਾ ਚਿਰ ਕਿਵੇਂ ਰੱਬ ਦੀ ਪ੍ਰਾਪਤੀ ਹੋਵੇਗੀ? ਜਿੰਨਾ ਚਿਰ ਭਰਮ ਦਾ ਪੜਦਾ ਨਹੀਂ ਜਾਂਦਾ, ਮਨ ਅਤੇ ਚਿੱਤ ਵਿੱਚ ਜਿੰਨਾ ਚਿਰ ਭਰਮ ਦਾ ਪਰਦਾ ਨਹੀਂ ਫਾਟਦਾ, ਅਤੇ ਉਹਨਾਂ ਚਿਰ ਕਿਵੇਂ ਕਹਿੰਦੇ ਰੱਬ ਨੂੰ ਪਾ ਲਓ? ਭਰਮ ਦਾ ਪਰਦਾ ਜਿਹੜਾ ਆ, ਇਹਨੂੰ ਫਾੜ ਸੁੱਟੋ, ਫਿਰ ਰੱਬ ਦੀ ਪ੍ਰਾਪਤੀ ਹੈ। ਭਗਤ ਨਾਮਦੇਵ ਜੀ ਨੇ ਕਿਰਪਾ ਕੀਤੀ, ਪਾਵਨ ਪਵਿੱਤਰ ਉਪਦੇਸ਼ ਬਖਸ਼ਿਆ। ਸਤਿਗੁਰੂ ਜੀ ਮਿਹਰ ਕਿਰਪਾ ਕਰਨ। ਭਗਤਾਂ ਦਾ ਪ੍ਰੈਕਟੀਕਲੀ ਸਾਰਾ ਜੀਵਨ ਹੈ, ਜੋ ਉਹਨਾਂ ਨੇ ਕੀਤਾ ਉਹ ਲਿਖਿਆ। ਕਿਸ ਤਰੀਕੇ ਦੇ ਨਾਲ ਬੰਦ ਕੀਤੀ, ਉਹ ਇਕੱਲੀ ਇਕੱਲੀ ਗੱਲ ਉਹਨਾਂ ਨੇ
ਸਾਡੇ ਭਲੇ ਵਾਸਤੇ ਲਿਖ ਦਿੱਤੀ, ਸਾਨੂੰ ਸੋਝੀ ਬਖਸ਼ਿਸ਼ ਕਰ ਦਿੱਤੀ। ਗੁਰੂ ਕਿਰਪਾ ਕਰੇ ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓਂਕਾਰ ਸਤਿਗੁਰ ਪ੍ਰਸਾਦ। ਆਨੰਦ ਭਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿ ਛੇਤੀ ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣ ਆਈਆਂ। ਸ਼ਬਦੋ ਤਾਂ ਗਾਵੋ ਹਰੀ ਘੇਰਾ, ਮਨ ਜਨੀ ਬਸਾਇਆ। ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ, ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੈ। ਹਰ ਨਾਲ ਰਹਾਂ ਤੂੰ ਮਨ ਮੇਰੇ, ਦੁਖ ਸਭ ਵਿਸਾਰਣਾ। ਅੰਗੀਕਾਰੋ ਕਰੀ ਤੇਰਾ ਕਾਰ, ਸਭ ਸਵਾਰਨਾ। ਸਭਨਾ ਗੱਲਾਂ ਸਮਰਾ ਸੁਆਮੀ, ਸੌਖਿਆ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੀ। ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ। ਜਿਸ ਦੇ ਸੋ ਪਾਵੇ ਸਦਾ ਸਿਫਤ ਸਲਾਹ, ਤੇਰੀ ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰੇ, ਸਾਚਾ ਨਾਮ ਮੇਰਾ ਆਧਾਰੋ। ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਕ੍ਰਿਸ਼ਾਨ ਸੁਖ ਮਨਿਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਕਰ ਵਿਟਾਂ, ਜਿਸ ਦੀਆਂ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ ਸ਼ਬਦ ਤਰੋਂ ਪਿਆਰੋ। ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਤਿਤ ਕਰ ਸੁਭਾਗੈ, ਕਰ ਸੁਭਾਗੇ ਸ਼ਬਦ ਵਾਜੇ। ਕਾਲਾਂ ਜਿਤ ਕਰਤਾਰੀਆਂ, ਪੰਚ ਦੂਤ ਤੁਧ ਵਸ ਕੀਤੇ। ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ। ਤੁਰ ਜਿਨ ਕਉ ਸੇ ਨਾਮ ਹਰਿ ਕੇ ਲਾਗੇ। ਕਹਿ ਨਾਨਕ ਤੈਸ ਕਹੂਆ, ਤਿਤ ਕਰ ਅਨਹਦ ਵਾਜੇ। ਅਨ ਸੁਣੋ ਬਡ ਭਾਗੀਓ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਸੰਤ ਸਾਜਨ ਭਏ ਸਰਸੇ ਪੂਰੇ, ਗੁਰ ਤੇ ਜਾਣੀ। ਸੁਣ ਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ। ਬੈਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਸੁਣ ਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ। ਬੈਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਅਰਦਾਸ ਜੀਓ ਪਿੰਡ ਸਭ ਤੇਰੀ ਰਾਮ। ਅੰਬਾਰਕ ਤੇਰੇ ਤੁਮਰੀ ਕਿਰਪਾ ਮਹਿ, ਉੱਚੇ ਤੇ ਉੱਚਾ ਭਗਵੰਤ। ਸੂਤਰਧਾਰੀ ਤੁਮ ਤੇ ਹੋਇ, ਦਾਸ ਸਦਾ ਕੁਰਬਾਨੀ। ਵਾਹਿਗੁਰੂ ਵਾਹਿਗੁਰੂ। ਸ਼੍ਰੀ ਹਰਿਕ੍ਰਿਸ਼ਨ ਧਿਆਈਐ, ਜਿਸ ਸੱਚੇ ਸਭ ਜਾਇ। ਤੇਗ ਬਹਾਦਰ ਸਿਮਰਿਆ, ਕਰ ਨਾਮ ਜਪ ਵਰਤਾਇ। ਸਾਧ ਥਾਈ ਹੋਇ ਸਹਾਇ, ਦਸਵੇਂ ਪਾਤਸ਼ਾਹ ਜੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਇ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਰਾਜ ਦਾ ਧਿਆਨ ਤੇ ਬੋਲੋ ਜੀ। ਵਾਹਿਗੁਰੂ ਪੰਜਾਂ ਪਿਆਰਿਆਂ ਤੋਂ ਸ਼ਬਦਾਂ ਤਿਆਗੀਆਂ ਮੁਕਤੀਆਂ, ਕੱਟੀਆਂ 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 ਸਿੱਧੀਆਂ। ਜਿਨ੍ਹਾਂ ਤੇਰਾ ਨਾਮ ਲੋਕਿਆ, ਮਟ ਕਿਤੇ ਆਦੀ ਜਮਾਈ ਤੇ ਗਵਾਨੀ ਵੇਖ ਕੇ ਅਟਲ ਕੀਤਾ। ਜਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਪ੍ਰਭਾਵਸ਼ਾਲੀ ਬੋਲੋ ਜੀ। ਵਾਹਿਗੁਰੂ। ਸਿੱਖਾਂ ਸਿੰਘਣੀਆਂ ਧਰਮ ਹੇਤੀ ਦਿੱਤੇ, ਬੰਦਵੰਤ ਪਟਵਾਰੀਆਂ ਖੋਤੀਆਂ ਹੰਡੀ ਤਖਤੀਆਂ ਤੇ ਖੜੇ ਧਾਰਾਵਾਂ ਨਾਲ ਕੇ ਮਾਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ। ਸਿੱਖੀ ਸਿਦਕ ਕੇਸਾਂ ਸਵਾਸਾਂ ਨਾਲ ਢਾਇਆ। ਤਿਨਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਪ੍ਰਭਾਵਸ਼ਾਲੀ ਬੋਲੋ ਜੀ। ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਪ੍ਰਭਾਵਸ਼ਾਲੀ ਬੋਲੋ ਜੀ। ਵਾਹਿਗੁਰੂ 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 ਨਾਮ ਚਿਤ ਆਵੈ, ਚਿਤ ਆਵੈ ਤਾਂ ਸਦਕਾ ਸਰਬ ਸੁਖ ਹੋਵੈ। ਜਾਂ ਜਾਂ ਖਾਲਸਾ ਜੀ ਸਾਹਿਬਾਂ ਤਾਂ ਰਖਿਆ ਰਿਆਏ। ਦੇਖ ਦੇਖ ਫਤਿਹ ਬਿਰਦ ਕੀ ਪੈਜ, ਪੰਥ ਕੀ ਜੀਤ। ਸਾਹਿਬ ਦੀ ਸਹਾਇ, ਖਾਲਸਾ ਜੀ ਕੀ ਫੌਜ ਭਾਲੀ ਬੋਲੋ ਜੀ। ਵਾਹਿਗੁਰੂ। ਸਿੱਖਾਂ ਨੂੰ ਬਖਸ਼ੋ ਜੀ ਸਿੱਖੀ ਦਾਨ, ਸ਼ੀਸ਼ ਦਾਨ, ਰਹਿਤ ਦਾਨ, ਵਿਵੇਕ ਦਾਨ, ਸਾਧ ਦਾਨ, ਭਰੋਸਾ ਦਾਨ। ਦਾਨਾ ਸਿਰ ਦਾਨ, ਨਾਮ ਦਾਨ। ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ। ਚੌਕੀਆਂ ਝੰਡੇ ਬੁੰਗੇ, ਜੁਗੋ ਜੁਗੋ ਧਰਮ ਧਰਮ ਕਾ ਜੈਕਾਰ ਬੋਲੋ ਜੀ। ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਪੰਥ ਪੱਤ ਕੇ ਰਾਖੇ ਨਾ ਵਾਹਿਗੁਰੂ। ਸੱਚੇ
ਪਾਤਸ਼ਾਹ ਜੀ ਆਪ ਜੀ ਦੀ ਬੜੀ ਕਿਰਪਾ ਹੋਈ। ਅੰਮ੍ਰਿਤ ਵੇਲੇ ਦੇ ਦੀਵਾਨ ਸਜੇ ਸਜੇ ਗੁਰੰਤ ਰਤਨੈਲ ਦੀਆਂ ਬਾਣੀਆਂ ਦੇ ਜਾਪ ਹੋਏ। ਆਸਾ ਜੀ ਦੀ ਵਾਰ ਦੇ ਕੀਰਤਨ ਸ਼ਬਦ ਦੀ ਵਿਚਾਰ ਹੋਏ। ਸਹਿਜੇ ਸ਼ਿਕਵਰ ਦੇ ਜਾਪ ਹੋਏ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਬਾਣੀ ਦਾ ਮਹਾਤਮ ਨਹੀਂ। ਸੰਤਾਂ ਨੂੰ ਬਖਸ਼ਣਾ ਤੇ ਕਰਨਾ ਸਰਬੱਤ ਸੰਤਾਂ ਦੀਆਂ ਮਨੋਕਾਮਨਾਵਾਂ ਕਰਮ ਸੰਸਾਰ ਪੂਰੀਆਂ ਕਰਨੀਆਂ। ਬਖਸ਼ਣ ਦਾ ਧੰਨ ਬੜਾ ਪ੍ਰਸ਼ਾਦੇ ਕੀਰਤਨ ਹਾਰੇ ਕਰੀ ਪਾਕ ਸਭ ਸੋਚ ਪਵਿੱਤਰਾਂ ਲਾਭ ਭੋਗ ਹਰਦਾਏ ਸੀ ਪ੍ਰਸ਼ਾਦ ਸੰਤਾਂ ਵਰਤੇ ਜੋ ਜੀ ਸਿੱਖਿਆ ਆਪਣਾ ਨਾਮ ਵਿੱਚ ਪਾਵਨ ਹੁਕਮ ਬਖਸ਼ੋ ਸੰਤਾਂ ਨੂੰ ਨਾਮ ਕਰੋ ਜੀ। ਸਿੰਘ ਪਿਆਰੇ ਮਿਲਣ ਜਿਨ੍ਹਾਂ ਮੇਰਾ ਨਾਮ ਸਿੱਖਿਆ ਦਾ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤभी ਚਲਾਇਓ ਪੰਥ ਗੁਰੂ ਮਾਨਿਓ ਗ੍ਰੰਥ ਪ੍ਰਗਟ ਗੁਰਾਂ ਕੀ ਦੇ ਕੋ ਸ਼ਬਦ ਮੈਂ ਲੇ ਆਕੀ ਰਹੇ ਨ ਕੋਏ ਬਚੇ ਸ਼ਰਨ ਜੋ ਹੋਏ ਚੜੇ ਸੋਤਰੇ ਪਾਰ ਗੁਰ ਪਾਰ ਉਤਾਰਨ ਹਾਰ ਕਲਗੀ ਸੋ ਹੈ ਸੀਸ ਗੁਰ ਕਲਗੀ ਧਰ ਜਗਦੀਸ਼। ਸਤਿ ਸ੍ਰੀ ਅਕਾਲ। ਖਾਲਸਾ ਸਤਿਨਾਮ ਸ਼੍ਰੀ ਵਾਹਿਗੁਰੂ ਜੀਓ। ਤੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ। ਦਿਆਲ ਪੁਰਖ ਮਿਹਰਬਾਨਾ ਹਰ ਨਾਨਕ ਸਾਜ ਵਖਾਨਾ। ਸੋ ਕਾਹੁ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸੀਐ ਗੁਰੂ ਕੈ ਜਨਮ ਮਰਨ ਦੁਖ ਜਾਏ। ਹੂੰ ਐ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਚਟੀਐ। ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ। ਵਾਹਿਗੁਰੂ ਜੀ ਕਿਆ ਪੜ੍ਹੀਐ ਕਿਆ ਗੁਨੀਐ ਕਿਆ ਵੇਦ ਪੁਰਾਨਾ ਸੁਣੀਐ। ਕਿਆ ਪੜ੍ਹੀਐ ਕਿਆ ਗੁਨੀਐ ਕਿਆ ਵੇਦ ਪੁਰਾਨਾ ਸੁਣੀਐ। ਪੜ੍ਹੇ ਸੁਣੇ ਕਿਆ ਹੋਈ ਜੋ ਸਹਿਜ ਨਾ ਮਿਲਿਓ ਸੋਈ। ਹਰ ਕਾ ਨਾਮ ਨ ਜਪ ਸੁਗਵਾਰਾ ਕਿਆ ਸੋਚਹਿ ਬਾਰੰਬਾਰਾ। ਰਹਾਉ ਅੰਧਿਆਰੇ ਦੀਪਕ ਚਹੀਆ ਇਕ ਬਸਤ ਅਗੋਚਰ ਲਹੀਆ। ਬਸਤ ਅਗੋਚਰ ਪਾਹੀ ਘਟ ਦੀਪਕ ਰਹੇ ਅਸਮਾਈ। ਕਹਿ ਕਬੀਰ ਅਬ ਜਾਨਿਆ ਜਬ ਜਾਨਿਆ ਤਉ ਮਨ ਮਾਨਿਆ। ਮਨ ਮਾਨੇ ਲੋਗ ਨਾ ਭਤੀਜੈ ਨਾ ਭਤੀਜੈ ਤਉ ਕਿਆ ਕੀਜੈ। ਕਹਿ ਕਬੀਰ ਅਬ ਜਾਨਿਆ ਜਬ ਜਾਨਿਆ ਤਉ ਮਨ ਮਾਨਿਆ। ਮਨ ਮਾਨੇ ਲੋਗ ਨਾ ਭਤੀਜੈ ਨਾ ਭਤੀਜੈ ਤਉ ਕਿਆ ਕੀਜੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਪੋ ਸਤਿਨਾਮ 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 ਜੀ। ਵਾਹਿਗੁਰੂ 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 ਜੀ। ਜਪੋ ਸਤਿਨਾਮ 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 ਜੀ। ਵਾਹਿਗੁਰੂ 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 ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।